ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਵਿਸ਼ਾ ਆ ਉਹ ਸਿਰਫ ਕਲਯੁਗ ਦਾ ਵਿਸ਼ਾ ਨਹੀਂ, ਇਹ 4 ਯੁੱਗਾਂ ਦੇ ਵਿੱਚ ਜਿਹੜਾ ਵਿਸ਼ਾ ਬਣਿਆ ਰਿਹਾ ਅਤੇ ਇਹ ਵਿਸ਼ਾ ਤਦ ਤੱਕ ਬਣਿਆ ਰਹੂਗਾ ਜਦ ਤੱਕ ਮਾਇਆ ਹੈ। ਵਿਸ਼ਾ ਕੀ ਹੈ? ਉਹ ਹੈ ਪਰਮਾਤਮਾ ਕਿੱਥੇ ਹੈ ਅਤੇ ਪਰਮਾਤਮਾ ਦਾ ਗਿਆਨ। ਇਹ ਦੋ ਚੀਜ਼ਾਂ ਹਮੇਸ਼ਾ ਨਾਲ ਚੱਲਦੀਆਂ ਨੇ। ਸਤਿਯੁਗ ਤੋਂ ਲੈ ਕਰਕੇ ਕਲਯੁਗ ਤੱਕ ਮਨੁੱਖ ਨੇ ਕਾਫੀ ਤੌਰ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕੀਤੇ ਨੇ ਅਤੇ ਆਪਣੇ ਆਪਣੇ ਇਲਾਕੇ ਦੇ ਅਨੁਸਾਰ ਅਤੇ ਜਿਸ ਦੇਸ਼ ਦੇ ਵਿੱਚ ਜਿਹੋ ਜਿਹਾ ਪੀਰ ਪੈਗੰਬਰ ਹੋਇਆ, ਅਵਤਾਰ ਹੋਏ ਨੇ, ਗੁਰੂ ਹੋਏ ਨੇ, ਉਹਨਾਂ ਦੇ ਦੱਸੇ ਮਾਰਗ ਦੇ ਅਨੁਸਾਰ ਲੋਕਾਂ ਨੇ ਆਪਣੇ ਧਰਮ ਬਣਾ ਲਏ। ਅਤੇ ਗੁਰਬਾਣੀ ਧਰਮ ਦੇ ਵਿਸ਼ੇ ਦੇ ਵਿੱਚ ਕੀ ਕਹਿੰਦੀ ਹੈ ਅਤੇ ਆਮ ਮਨੁੱਖ ਧਰਮ ਨੂੰ ਕੀ ਸਮਝਦਾ, ਕਿਉਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਧਰਮ ਹੈ ਕੀ। ਕਿਉਂਕਿ ਧਰਮ ਦੇ ਰੱਖਣ ਦੇ ਨਾਲ ਹੀ ਰੱਬ ਦਾ ਗਿਆਨ, ਬ੍ਰਹਮ ਦਾ ਗਿਆਨ ਅਤੇ ਬ੍ਰਹਮ ਦਾ ਪਤਾ ਲੱਗਦਾ ਹੈ। ਸੋ ਪਹਿਲਾਂ ਥੋੜ੍ਹਾ ਜਿਹਾ ਇਹ ਵਿਚਾਰ ਕਰ ਲਈਏ ਧਰਮ ਹੁੰਦਾ ਕੀ ਹੈ। ਧਰਮ ਹੁੰਦਾ ਹੈ ਕਿਸੇ ਚੀਜ਼ ਨੂੰ ਧਾਰਨਾ, ਅਤੇ ਧਾਰਨਾ ਕੀ ਹੁੰਦਾ ਕਿ ਇੱਕ ਚੀਜ਼ ਦਾ ਨਿਰੰਤਰ ਰੱਟ ਕਰਨਾ। ਇੱਕ ਇਹ ਅਰਥ ਹੋ ਜਾਂਦੇ ਨੇ ਕਿਸੇ ਚੀਜ਼ ਨੂੰ ਬਾਰ-ਬਾਰ ਦੁਹਰਾਉਣਾ। ਦੂਜਾ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਅਪਣਾ ਲੈਣਾ, ਆਪਣਾ ਇੱਕ ਮੁੱਖ ਅੰਗ ਬਣਾ ਲੈਣਾ। ਅੰਗ ਸਰੀਰ ਦਾ ਨਹੀਂ, ਅੰਗ ਮਨ ਦਾ, ਮਨ ਦਾ ਅੰਗ ਬਣਾਉਣ ਦਾ, ਉਹਨੂੰ ਧਰਮ ਕਹਿੰਦੇ। ਸੋ ਜਦ ਆਪਾਂ ਇਹ ਅਰਥ ਲੈਂਦੇ ਹਾਂ, ਇਸ ਅਰਥ ਦੇ ਚਾਨਣ ਦੇ ਨਾਲ, ਰੋਸ਼ਨੀ ਦੇ ਨਾਲ ਅਸੀਂ ਕਰਮਾਂ ਨੂੰ ਦੇਖਦੇ ਹਾਂ ਅਤੇ ਕਰਮ ਵੀ ਅਨੇਕ ਪ੍ਰਕਾਰ ਦੇ ਨੇ ਅਤੇ ਲੋਕਾਂ ਨੇ ਆਪਣੇ ਧਰਮ ਵੀ ਅਨੇਕ ਪ੍ਰਕਾਰ ਦੇ ਬਣਾ ਰੱਖੇ। ਕੋਈ ਕਹਿੰਦਾ ਮੈਂ ਸਨਾਤਨੀ ਹਾਂ, ਕੋਈ ਕਹਿੰਦਾ ਮੈਂ ਈਸਾਈ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ। ਪਰ ਇਹਨਾਂ ਨੂੰ ਜਿਹੜੇ ਇੱਦਾਂ ਕਹਿੰਦੇ ਆ, ਬਿਠਾ ਕਰਕੇ ਕੋਈ ਪ੍ਰੇਮ ਦੇ ਨਾਲ ਪੁੱਛੇ ਕਿ ਤੇਰੇ ਕਿਹੜੇ ਸਰੀਰ ਦੇ ਅੰਗ ਦੇ ਉੱਤੇ ਸਨਾਤਨੀ ਲਿਖਿਆ ਹੈ ਨਾ, ਧੁਰ ਦਰਗਾਹ ਤੋਂ ਤੇਰੇ ਸਰੀਰ ਦੇ ਉੱਤੇ ਕਿਹੜਾ ਇੱਦਾਂ ਦਾ ਨਿਸ਼ਾਨ ਹੈ ਜਿਹਦੇ ਨਾਲ ਪਤਾ ਲੱਗ ਜਾਵੇ ਕਿ ਤੂੰ ਕਿਹੜਾ ਤੇਰਾ ਧਰਮ ਹੈ, ਕਿ ਤੂੰ ਸਨਾਤਨੀ ਹੈ, ਮੁਸਲਮਾਨ ਹੈ, ਯਹੂਦੀ ਹੈ, ਈਸਾਈ ਹੈ, ਸਿੱਖ ਹੈ। ਸਿੱਖ ਦੀ ਪਰਿਭਾਸ਼ਾ ਅਸੀਂ ਬਾਅਦ 'ਚ ਅੱਗੇ ਆ ਕੇ ਕਰਾਂਗੇ, ਪਰ ਇਹਨੂੰ ਸਮਝਣ ਦੀ ਲੋੜ ਹੈ। ਅਤੇ ਜੇ ਸਰੀਰ ਦੇ ਉੱਤੇ ਇਹੋ ਜਿਹਾ ਕੋਈ ਚਿੰਨ੍ਹ ਨਹੀਂ ਲੱਭਦਾ ਅਤੇ ਮਾਤਾ ਦੇ ਗਰਭ ਦੇ ਵਿੱਚੋਂ ਦਾ ਸਰੀਰ ਸਾਰਿਆਂ ਦੇ ਸੇਮ, ਸਾਰਿਆਂ ਦੇ ਇੱਕ ਬਰਾਬਰ ਹੁੰਦੇ ਆ, ਅਤੇ ਫਿਰ ਕਿਉਂ ਸਾਡੇ ਵਿੱਚ ਇੰਨਾ ਮਤਭੇਦ ਹੈ? ਫਿਰ ਕਿਉਂ ਸਾਡੇ ਧਰਮ ਅਨੇਕ ਹੋ ਗਏ? ਫਿਰ ਕਿਉਂ ਸਾਡੇ ਕਰਮ ਅਨੇਕ ਹੋ ਗਏ ਨੇ? ਜਦ ਸਰੀਰ ਸਾਡਾ ਇੱਕ ਸੀ, ਪਰ ਇਲਾਕੇ ਦੇ ਅਨੁਸਾਰ। ਦਸਮ ਮਹਾਰਾਜ ਜੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਗੱਲ ਲਿਖਦੇ ਨੇ ਕਿ ਲੋਕਾਂ ਦਾ ਜਿਹੜਾ ਸਰੀਰ ਹੈ ਅਤੇ ਖੁਰਾਕ ਹੈ ਇਸ ਸਰੀਰ ਦੀ, ਉਹ ਇਲਾਕੇ ਦੇ ਵਿੱਚ ਜਿਹੜੀ ਖੁਰਾਕ ਮੌਜੂਦ ਹੈ ਉਹਦੇ ਅਨੁਸਾਰ ਬਣ ਜਾਂਦੀ ਹੈ। ਅਤੇ ਹਰ ਇੱਕ ਇਲਾਕੇ ਦੇ ਅਨੁਸਾਰ ਪੀਰ ਪੈਗੰਬਰ ਆਉਂਦੇ ਆ, ਰੱਬ ਭੇਜਦਾ ਉਹਨਾਂ ਨੂੰ, ਅਤੇ ਜਿਹੜਾ ਗਿਆਨ ਉਹ ਪੀਰ ਪੈਗੰਬਰ ਦ੍ਰਿੜ ਕਰਾ ਜਾਂਦੇ ਆ, ਲੋਕ ਉਸੇ ਨੂੰ ਸੱਤ ਮੰਨ ਲੈਂਦੇ ਆ ਅਤੇ ਕੋਸ਼ਿਸ਼ ਕਰਦੇ ਆ ਕਿ ਉਹਦੇ ਉੱਤੇ ਪੈਰਾ ਦੇਣ। ਪਰ ਜਿਹੜੀ ਗੱਲ ਗੂੜ ਰਹੱਸ ਦੀ ਹੈ ਉਹਨੂੰ ਕੋਈ ਪਕੜਦਾ ਨਹੀਂ। ਉਹ ਰਹੱਸ ਕੀ ਹੈ ਉਹ ਵੀ ਅਸੀਂ ਅੱਗੇ ਜਾ ਕੇ ਵਿਚਾਰ ਕਰਾਂਗੇ। ਹੁਣ ਗੱਲ ਆਉਂਦੀ ਹੈ ਕਿ ਸਿੱਖ ਕੌਣ ਹੈ। ਪਹਿਲਾਂ ਆਪਾਂ ਸਮਝਿਆ ਕਿ ਧਰਮ ਕੀ ਹੈ। ਧਰਮ ਉਹ ਹੈ ਜਿਸ ਚੀਜ਼ ਨੂੰ ਮਨ ਧਾਰ ਲੈਂਦਾ ਹੈ, ਮਨ ਰਟਨ ਕਰਦਾ ਹੈ। ਗੁਰਬਾਣੀ ਅਨੁਸਾਰ ਧਰਮ ਕੀ ਹੈ? ਸਰਬ ਧਰਮ ਮੇਂ ਸ਼੍ਰੇਸ਼ਠ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੱਸ ਰਹੇ ਨੇ
ਸਾਰੇ ਧਰਮਾਂ ਦੇ ਵਿੱਚ ਸ਼੍ਰੇਸ਼ਟ ਧਰਮ ਉਹ ਹੈ ਹਰੀ ਦੇ ਜਸ ਗਾਉਣੇ, ਹਰੀ ਦੇ ਨਾਮ ਦਾ ਸਿਮਰਨ ਕਰਨਾ, ਬੇਅੰਤ ਨਾਮ ਦਾ ਜਾਪ ਕਰਨਾ, ਪਾਠ ਪਠਨ ਕਰਨਾ। ਇਹੀ ਮਨੁੱਖੀ ਧਰਮ ਹੈ। ਕਰਮ ਅਨੇਕ ਪ੍ਰਕਾਰ ਦੇ ਨੇ, ਪਰ ਧਰਮ ਸਾਰਿਆਂ ਦਾ ਇੱਕ ਹੈ। ਲੋਕ ਆਪਣੇ ਆਪ ਨੂੰ ਕਈ ਨਾਮਾਂ ਦੇ ਨਾਲ ਬੁਲਾ ਸਕਦੇ ਆ, ਕਈ ਸੰਸਥਾ ਦੇ ਵਿੱਚ ਦਾਖਲਾ ਲੈ ਸਕਦੇ ਆ, ਕਈ ਸੰਪਰਦਾਵਾਂ ਦੇ ਚਿੰਨ੍ਹ ਲਾ ਸਕਦੇ ਆ, ਕਈ ਪ੍ਰਕਾਰ ਦੇ ਭੇਖ ਸਰੀਰ ਦੇ ਉੱਤੇ ਧਾਰਨ ਕਰ ਸਕਦੇ ਨੇ। ਇਹਦੇ ਵਿੱਚ ਉਹਨਾਂ ਨੂੰ ਛੂਟ ਹੈ। ਪਰ ਮਨ ਦਾ ਧਰਮ ਗੁਰਬਾਣੀ ਸਿਰ ਦੱਸਦੀ ਹੈ ਕਿ ਇੱਕ ਹੈ, ਉਹ ਹੈ ਨਾਮ ਜਪਣਾ। ਹੁਣ ਆਪਾਂ ਪਹੁੰਚਦੇ ਹਾਂ ਕਿ ਸਿੱਖੀ ਕੀ ਹੈ। ਕਿ ਮੈਂ ਜੇ ਇੱਦਾਂ ਕਹਿ ਦੇਵਾਂ ਕਿ ਮੈਂ ਸਿੱਖ ਹਾਂ, ਕਿ ਮੈਂ ਆਪਣੇ ਆਪ ਨੂੰ ਦੂਜੇ ਧਰਮਾਂ ਤੋਂ ਅਲੱਗ ਮੰਨਦਾ ਹਾਂ, ਕਿ ਇਹੋ ਜਿਹਾ ਗਿਆਨ ਦਾ ਮੈਂ ਹੋਕਾ ਲਾ ਰਿਹਾ ਜਿੱਥੇ ਮੈਂ ਏਕਤਾ ਦੱਸ ਰਿਹਾ। ਇਹਨਾਂ ਦੋਨਾਂ ਗੱਲਾਂ ਦੇ ਵਿੱਚੋਂ ਕਿਹੜੀ ਗੱਲ ਹੈ? ਹੁਣ ਬਹੁ ਗਿਣਤੀ ਦੇ ਵਿੱਚ ਅਸੀਂ ਜਦ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਅਤੇ ਇਹ ਮੰਨ ਕਰਕੇ, ਇਹ ਹੰਕਾਰ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਤੋਂ ਅਲੱਗ ਹਾਂ, ਅਸੀਂ ਸਨਾਤਨੀਅਤ ਤੋਂ ਅਲੱਗ ਹਾਂ, ਅਸੀਂ ਈਸਾਈਆਂ ਤੋਂ ਅਲੱਗ ਹਾਂ, ਮੁਸਲਮਾਨਾਂ ਤੋਂ ਅਲੱਗ ਹਾਂ, ਹੋਰ ਜਿੰਨੇ ਵੀ ਧਰਮ ਸੰਸਾਰ ਦੇ ਉੱਤੇ ਪ੍ਰਚਲਿਤ ਨੇ ਉਹਨਾਂ ਤੋਂ ਅਸੀਂ ਅਲੱਗ ਹਾਂ। ਮਹਾਰਾਜ ਵੀ ਕਹਿੰਦੇ ਕਿ ਜਦ ਤੱਕ ਖਾਲਸਾ ਨਿਆਰਾ ਰਹੂਗਾ ਤਦ ਤੱਕ ਇਹਨੂੰ ਤੇਜ ਸਾਰੀ ਮਹਾਰਾਜ ਇਹਨੂੰ ਬਖਸ਼ੀ ਜਾਣਗੇ। ਹੁਣ ਇੱਥੇ ਜਿਹੜਾ ਨਿਆਰਾਪਨ ਹੈ, ਇਹ ਨਿਆਰਾਪਨ ਨਾਮ ਤੋਂ ਅਸੀਂ ਇਹ ਨਿਆਰੇ ਹੋ ਜਾਵਾਂਗੇ ਆਪਣੇ ਆਪ ਨੂੰ ਸਿੱਖ ਕਹਾ ਕੇ, ਕਿ ਸਿੱਖੀ ਦੇ ਵਿੱਚ ਜਿਹੜਾ ਮਹਾਰਾਜ ਨੇ ਸਾਨੂੰ ਗਿਆਨ ਬਖਸ਼ਿਆ ਹੈ, ਉਹ ਗਿਆਨ ਦੇ ਉੱਤੇ ਆਪਾਂ ਤੁਰ ਕਰਕੇ ਆਪਣੇ ਆਪ ਨੂੰ ਵੱਖਰਾ ਕਹਾ ਸਕਦੇ ਹਾਂ। ਅਸਲ ਦੇ ਵਿੱਚ ਤਾਂ ਗੱਲ ਇਹੀ ਹੈ, ਜਿਹੜੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਗਿਆਨ ਦਰਜ ਕੀਤਾ, ਉਸ ਗਿਆਨ ਦਾ ਪਾਠ ਸੰਥਿਆ ਕਿਸੇ ਚੰਗੇ ਸਾਧੂ ਨਾਲ ਬੈਠ ਕਰਕੇ ਉਸ ਗੁਰਬਾਣੀ ਨੂੰ ਵਿਚਾਰਨਾ ਅਤੇ ਵਿਚਾਰੀ ਹੋਈ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦਰਜ ਕਰਨਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕਰਕੇ ਉਸ ਗਿਆਨ ਦੇ ਨਾਲ ਜੋ ਅਨੁਭਵ ਹੋਵੇਗਾ ਉਹਦਾ ਅਸੀਂ ਫਾਇਦਾ ਲੈਣਾ ਹੈ। ਨਾ ਕਰਕੇ ਸਿਰਫ ਪਾਠ ਕਰਕੇ ਉੱਥੇ ਹੀ ਰੁਕ ਜਾਣਾ, ਨਾ ਕਰਕੇ ਕਿ ਆਪਾਂ ਸਿਰਫ ਵਿਚਾਰ ਕਰਕੇ ਬੈਠ ਜਾਣਾ। ਵਿਚਾਰ ਕਰਕੇ ਜ਼ਿੰਦਗੀ ਦੇ ਵਿੱਚ ਲਿਆ ਕਰਕੇ ਫਿਰ ਉਹਦਾ ਅਨੁਭਵ ਪ੍ਰਾਪਤ ਕਰਨਾ। ਇਹ ਸਿੱਖੀ ਦੀ ਰੀਤ ਹੈ, ਇਹ ਸਿੱਖੀ ਦੀ ਪਛਾਣ ਹੈ, ਇਹ ਸਿੱਖ ਦੀ ਪਛਾਣ ਹੈ। ਜਿੱਥੇ ਮਹਾਰਾਜ ਜੀ ਕਹਿੰਦੇ ਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਇਹ ਕਹਿਣ ਦਾ ਮਹਾਰਾਜ ਦਾ ਇਹ ਤਾਤਪਰਯ ਜੋ ਮਹਾਰਾਜ ਜੀ ਨੇ ਮੈਨੂੰ ਸੋਝੀ ਬਖਸ਼ੀ, ਉਹਦੇ ਅਨੁਸਾਰ ਮੈਂ ਆਪ ਜੀ ਨੂੰ ਦੱਸਾਂਗਾ, ਸਾਂਝ ਪਾਵਾਂਗਾ। ਉਹ ਇਹ ਹੈ ਕਿ ਉਸ ਸਮੇਂ ਦੇ ਵਿੱਚ ਪ੍ਰਚਲਿਤ ਇਹ ਦੋ ਧਰਮ ਸੀ, ਇੱਕ ਮੁਸਲਮਾਨਾਂ ਦਾ, ਇੱਕ ਸਨਾਤਨੀਆਂ ਦਾ, ਜਿਨ੍ਹਾਂ ਨੂੰ ਮੁਸਲਮਾਨ ਹਿੰਦੂ ਕਹਿੰਦੇ ਸੀ। ਹਿੰਦੂ ਆਪਣੇ ਆਪ ਨੂੰ ਮੁਸਲਮਾਨਾਂ ਤੋਂ ਚੰਗੇ ਸਮਝਦੇ ਸੀ, ਮੁਸਲਮਾਨ ਹਿੰਦੂਆਂ ਨੂੰ ਮਾੜਾ ਸਮਝਦੇ ਸੀ, ਆਪਣੇ ਆਪ ਨੂੰ ਵਧੀਆ ਕਹਾਉਂਦੇ ਸੀ। ਪਰ ਜਿਹੜੇ ਇਹਨਾਂ ਦੇ ਵਿੱਚੋਂ ਬ੍ਰਹਮ ਗਿਆਨੀ ਹੋਏ ਨੇ, ਸਾਧੂ ਹੋਏ ਨੇ, ਜਿਵੇਂ ਇਸਲਾਮੀ ਧਰਮ ਦੇ ਵਿੱਚੋਂ ਸ਼ੇਖ ਫਰੀਦ ਜੀ ਮਹਾਰਾਜ ਹੋਏ ਨੇ, ਸਨਾਤਨੀਆਂ ਦੇ ਵਿੱਚੋਂ ਨਾਮਦੇਵ ਜੀ ਮਹਾਰਾਜ ਹੋਏ ਨੇ, ਇਹ ਬ੍ਰਹਮ ਗਿਆਨੀ ਨੇ। ਜਦ ਇਹਨਾਂ ਦੀ ਬਾਣੀ ਪੜ੍ਹੀਏ ਤਾਂ ਉੱਥੇ ਏਕਤਾ ਮਿਲਦੀ ਹੈ। ਪਰ ਜਿਹੜੇ ਆਮ ਲੋਕ ਸਿਰਫ ਧਰਮਾਂ ਦਾ ਚਿੰਨ੍ਹ ਅਤੇ ਆਪਣੇ ਆਪ ਨੂੰ ਧਰਮੀ ਕਹਾ ਕਰਕੇ ਇਹ ਨਾਅਰਾ ਲਾਉਂਦੇ ਸੀ ਕਿ ਮੈਂ ਮੁਸਲਮਾਨ ਹਾਂ ਤਾਂ ਮੈਂ ਫਲਾਣੇ ਹਿੰਦੂ ਤੋਂ ਚੰਗਾ ਹਾਂ, ਜਾਂ ਮੈਂ ਹਿੰਦੂ ਹਾਂ ਅਤੇ ਮੈਂ ਫਲਾਣੇ ਮੁਸਲਮਾਨਾਂ ਤੋਂ ਚੰਗਾ ਹਾਂ। ਇਸ ਗਿਆਨ ਨੂੰ, ਇਸ ਅਗਿਆਨਤਾ ਨੂੰ ਦੋਨੋਂ ਪਰੰਪਰਾ ਦੇ ਜਿਹੜੇ ਗਿਆਨੀ ਹੈ, ਬ੍ਰਹਮ ਗਿਆਨੀ ਹੈ, ਸ਼ੇਖ ਫਰੀਦ ਜੀ, ਨਾਮਦੇਵ ਜੀ ਮਹਾਰਾਜ, ਇਸ ਮਤ ਦਾ ਖੰਡਨ ਕਰਦੇ ਨੇ। ਇਹ ਜਿਹੜੇ ਅਸੀਂ ਵੱਖਰੇਵੇਂ ਬਣਾ ਰੱਖੇ ਆ,
ਧਰਮਾਂ ਦੇ ਨਾਮ ਦੇ ਉੱਤੇ ਅਸੀਂ ਲੜਦੇ ਹਾਂ, ਪਰ ਉਸੇ ਧਰਮਾਂ ਦੇ ਨੂੰ ਮੰਨਣ ਵਾਲੇ, ਕੁਰਾਨ ਦਾ ਪਾਠ ਕਰਨ ਵਾਲੇ, ਭਗਵਦ ਗੀਤਾ ਦਾ ਪਾਠ ਕਰਨ ਵਾਲੇ ਉਹੀ ਇਸ ਮੱਤ ਦਾ ਖੰਡਨ ਕਰਦੇ ਆ ਕਿ ਬਈ ਵੱਖਰਾ ਤਾਂ ਕੁਝ ਵੀ ਨਹੀਂ। ਇੱਕ ਪਾਸੇ ਬੰਦੇ ਲੜਦੇ ਆ ਇਸੇ ਕਰਕੇ ਕਿ ਅਸੀਂ ਵੱਖਰੇ ਹਾਂ, ਪਰ ਇਹਨਾਂ ਦੇ ਵਿੱਚੋਂ ਹੀ ਜਿਹੜੇ ਬ੍ਰਹਮ ਗਿਆਨੀ ਨੇ ਉਹ ਕਹਿੰਦੇ ਕਿ ਅਸੀਂ ਵੱਖਰੇ ਨਹੀਂ। ਅਤੇ ਇਹੀ ਸਿੱਖੀ ਦੀ ਰੀਤ ਹੈ। ਮਹਾਰਾਜ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ, ਕਿ ਮੈਨੂੰ ਤੁਸੀਂ ਕੋਈ ਟੈਗ ਨਹੀਂ ਲਾ ਸਕਦੇ, ਕੋਈ ਉਪਾਧੀਆਂ ਨਹੀਂ ਦੇ ਸਕਦੇ, ਕਿਉਂਕਿ ਬ੍ਰਹਮ ਗਿਆਨ ਦੇ ਅਨੁਸਾਰ ਮੈਂ ਜਾਣ ਲਿਆ ਹੈ ਕਿ ਮੈਂ ਆਤਮਾ ਹਾਂ, ਅਤੇ ਜੋ ਜੋ ਮੈਨੂੰ ਦਿਸ ਰਿਹਾ ਹੈ, ਜੋ ਮੈਨੂੰ ਸੁਣ ਰਿਹਾ ਹੈ, ਜੋ ਅਨੁਭਵ ਹੋ ਰਿਹਾ ਹੈ, ਉਹ ਇੱਕ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਤੋਂ ਸਿਵਾ ਕੁਛ ਵੀ ਨਹੀਂ, ਸਭ ਉਹੀ ਹੈ। ਅਤੇ ਇਹਦੇ ਵਿੱਚ ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ, ਕੋਈ ਉਪਾਧੀਆਂ ਨਹੀਂ। ਆਤਮਾ ਸਾਰੇ ਉਪਾਧੀਆਂ ਨੂੰ ਬਣਾਉਣ ਵਾਲਾ ਹੈ, ਪਰ ਸਾਰੇ ਉਪਾਧੀਆਂ ਤੋਂ ਰਹਿਤ ਹੈ। ਪਰ ਇਸ ਏਕਤਾ ਦੀ ਜਿਹੜੀ ਗੱਲ ਆਉਂਦੀ ਹੈ, ਸਮਝਣ ਦੀ ਗੱਲ ਆਉਂਦੀ ਹੈ, ਇਹਦਾ ਅਭਿਆਸ ਕਰਨ ਦੀ ਗੱਲ ਆਉਂਦੀ ਹੈ, ਇਹ ਕੋਈ ਕਰਮ ਕਰਕੇ ਨਹੀਂ ਪ੍ਰਾਪਤ ਹੁੰਦਾ। ਚਾਹੇ ਅਨੇਕਾਂ ਜਪ ਤਪ ਕਰ ਲਓ, ਸਾਧਨ ਕਰ ਲਓ, ਕੋਈ ਵੀ ਇਹੋ ਜਿਹੀ ਕਿਰਿਆ ਕਰਨ ਦੇ ਨਾਲ ਇਹ ਜਿਹੜਾ ਬ੍ਰਹਮ ਗਿਆਨ ਹੈ ਇਹ ਹਾਸਲ ਨਹੀਂ ਹੋ ਸਕਦਾ। ਗੁਰਬਾਣੀ ਵੀ ਇਸੇ ਗੱਲ 'ਤੇ ਪਹਿਰਾ ਦਿੰਦੀ ਹੈ। ਮਹਾਰਾਜ ਕਹਿੰਦੇ ਨਾ ਭੀਜੇ ਰਾਗੀ ਨਾ ਦੀ ਵੇਦ, ਨਾ ਭੀਜੇ ਸੁਰਤੀ ਗਿਆਨ ਜੋਗ। ਮਹਾਰਾਜ ਕਹਿੰਦੇ ਕੋਈ ਸਮਾਧੀ ਦੇ ਵਿੱਚ ਬੈਠ ਕਰਕੇ ਸਥਿਰ ਹੋ ਜਾਵੇ, ਕਲਪ ਪ੍ਰਤੀ ਕਲਪ ਇੱਕ ਆਸਨ ਦੇ ਉੱਤੇ ਬੈਠ ਕਰਕੇ ਯੋਗ ਦੀ ਸ਼ਕਤੀ ਦੇ ਨਾਲ ਆਪਣੇ ਸਵਾਸਾਂ ਨੂੰ ਤ੍ਰਿਕੁਟੀ ਦੇ ਉੱਤੇ ਚੜ੍ਹਾ ਕਰਕੇ ਕੋਈ ਜਾਪ ਕਰੀ ਜਾਵੇ, ਅਨੇਕਾਂ ਪ੍ਰਕਾਰ ਦੇ ਸਾਧਨ ਕਰ ਲਵੇ, ਯੱਗ ਹੋਮ ਕਰ ਲਵੇ, ਦਾਨ ਦੇ ਦੇਵੇ, ਫਿਰ ਵੀ ਇਹ ਗਿਆਨ ਉਹਨੂੰ ਨਹੀਂ ਪ੍ਰਾਪਤ ਹੁੰਦਾ। ਏਕਤਾ ਦਾ ਗਿਆਨ ਕਹਿਣ ਦੇ ਵਿੱਚ ਤਾਂ ਬਹੁਤ ਸੌਖਾ ਆ, ਪਰ ਇਹਨੂੰ ਅਪਣਾਉਣਾ ਅਤੇ ਕਮਾਉਣਾ ਬਹੁਤ ਔਖਾ ਹੈ। ਅਤੇ ਜਿਨ੍ਹਾਂ ਦੇ ਲੇਖ ਦੇ ਵਿੱਚ, ਕਰਮਾਂ ਦੇ ਲੇਖ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਨੇ ਇਹ ਲਿਖਿਆ ਹੋਵੇ, ਸਾਧੂਆਂ ਦਾ ਸੰਗ, ਚੰਗੇ ਮਹਾਂਪੁਰਖਾਂ ਦਾ ਸੰਗ ਬਖਸ਼ਿਆ ਹੋਵੇ, ਬ੍ਰਹਮ ਵੇਤੇ ਸੱਜਣਾ ਦਾ ਮੇਲ ਮਿਲਾਪ ਬਖਸ਼ੇ ਹੋਣ, ਉਹਨਾਂ ਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਦੋ ਨੀਹਾਂ ਨਹੀਂ ਹਨ, ਦੋ ਬੇੜੀਆਂ ਨਹੀਂ ਹਨ, ਸਿਰਫ ਇੱਕ ਹੈ, ਉਹ ਹੈ ਇੱਕ ਓਅੰਕਾਰ। ਗੱਲ ਇੱਥੇ ਵੀ ਆ ਜਾਂਦੀ ਹੈ ਕਿ ਅਸੀਂ ਜ਼ਿਆਦਾਤਰ ਇੱਕ ਓਅੰਕਾਰ ਦੀ ਪਰਿਭਾਸ਼ਾ ਅਤੇ ਅਰਥ ਉਹ ਅਸੀਂ ਆਪਣੇ ਛੋਟੀ ਜਿਹੀ ਬੁੱਧੀ ਦੇ ਨਾਲ ਜਦ ਕਰਨ ਜਾਂਦੇ ਹਾਂ ਅਤੇ ਫਿਰ ਇਹ ਕਹਿ ਦਿੰਦੇ ਹਾਂ ਕਿ ਪਰਮਾਤਮਾ ਇੱਕ ਹੈ। ਪਰਮਾਤਮਾ ਇੱਕ ਹੈ, ਇੱਥੇ ਤੱਕ ਗੱਲ ਸੀਮਿਤ ਨਹੀਂ। ਇਹ ਕਹਿਣਾ ਬਣਦਾ ਹੈ ਕਿ ਜੋ ਦੇਖ ਰਹੇ ਹਾਂ, ਜੋ ਸੁਣ ਰਹੇ ਹਾਂ, ਉਹ ਸਭ ਕੁਛ ਪਾਰ ਬ੍ਰਹਮ ਪਰਮੇਸ਼ਰ ਆਪ ਹੈ, ਉਹਦੇ ਸਿਵਾ ਕੁਛ ਵੀ ਨਹੀਂ। ਇਹ ਨਹੀਂ ਕਿ ਸੰਸਾਰ ਵੱਖਰਾ ਹੈ ਅਤੇ ਜਿਹੜਾ ਪਰਮਾਤਮਾ ਹੈ ਉਹ ਸੱਤਵੇਂ ਅਸਮਾਨ ਤੋਂ ਬਾਅਦ ਬੈਠਾ ਹੈ। ਇਸ ਪ੍ਰਕਾਰ ਨਹੀਂ ਜਾਣਨਾ। ਮਹਾਰਾਜ ਜੀ 35 ਅੱਖਰੀ ਦੀ ਬਾਣੀ ਦੇ ਵਿੱਚ ਦੱਸਦੇ ਨੇ, ਸਾਧ ਚੋਰ ਸਭ ਬ੍ਰਹਮ ਪਛਾਣੋ, ਕਿ ਸਾਧ ਦੇ ਚੋਰ ਇਹ ਦੋ ਉਪਾਧੀਆਂ ਨੇ। ਕਿਸੇ ਨੂੰ ਕਿਸੇ ਦੇ ਚੰਗੇ ਕਰਮ ਦੇਖ ਕਰਕੇ ਕਹਿੰਦੇ ਨੇ ਕਿ ਫਲਾਣਾ ਬੰਦਾ ਤਾਂ ਸਾਧ, ਕਿਸੇ ਦੇ ਮਾੜੇ ਕਰਮ ਦੇਖ ਕਰਕੇ ਕਹਿ ਦਿੰਦੇ ਨੇ ਇਹ ਚੋਰ ਹੈ। ਇਹ ਉਪਾਧੀਆਂ ਸੰਸਾਰ ਨੇ ਦਿੱਤੀਆਂ ਹੋਈਆਂ ਨੇ। ਪਰ ਮਹਾਰਾਜ ਜੀ 35 ਅੱਖਰੀ ਦੇ ਵਿੱਚ ਹੀ ਦੱਸ ਰਹੇ ਨੇ ਕਿ ਸਾਧ ਚੋਰ ਸਭ ਬ੍ਰਹਮ ਪਛਾਣੋ, ਕਿ ਇਹਨਾਂ ਦੋਨਾਂ ਨੂੰ ਬ੍ਰਹਮ ਰੂਪ ਜਾਣੋ। ਇਹਨਾਂ ਦੋਨਾਂ ਦੇ ਵਿੱਚ ਜਾਣਨ ਵਾਲਾ ਜਿਹੜਾ ਤੱਤ ਹੈ ਉਹ ਪਰਮੇਸ਼ਰ ਹੈ। ਉਸ ਨੂੰ ਨਾ ਜਾਣ ਕਰਕੇ ਸਿਰਫ ਉਪਾਧੀਆਂ ਸੁਣ
ਕਰਕੇ, ਉਪਾਧੀਆਂ ਨੂੰ ਮੰਨਣ ਕਰਕੇ ਸਾਡਾ ਜੀਵਨ ਨਸ਼ਟ ਹੋ ਰਿਹਾ ਹੈ। ਸਿਰਫ ਬਾਹਰ ਨੂੰ ਦੇਖਣ ਵਾਲੇ ਅਸੀਂ ਹੋ ਗਏ ਹਾਂ, ਅੰਦਰ ਨੂੰ ਝਾਤੀ ਮਾਰ ਕਰਕੇ ਕੋਈ ਨਹੀਂ ਦੇਖਣਾ ਚਾਹੁੰਦਾ। ਜੇ ਅੰਦਰ ਦੀ ਗੱਲ ਕਰੀਏ ਤਾਂ ਫਿਰ ਕਿਸੇ ਦੀ ਬਿਰਤੀ ਨਹੀਂ ਟਿਕਦੀ, ਕਿਉਂਕਿ ਸਾਰੇ ਬਾਹਰ ਮੁਖੀ ਹੋਏ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜਾ ਬ੍ਰਹਮ ਗਿਆਨ ਹੈ, ਬ੍ਰਹਮ ਦੇ ਗਿਆਨ ਦੇ ਨਾਲ ਬ੍ਰਹਮ ਨੂੰ ਜਾਣਿਆ ਜਾਂਦਾ ਹੈ। ਅਤੇ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਬ੍ਰਹਮ ਗਿਆਨ ਤੋਂ ਵੱਖਰਾ ਨਹੀਂ, ਇੱਕ ਹੈ। ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੱਸਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਦੇ ਕਿਰਪਾ ਦੇ ਨਾਲ ਮਹਾਰਾਜ ਜੀ ਨੇ ਇਹੋ ਜਿਹੇ ਅੰਜਨ ਬਖਸ਼ੇ ਹਨ। ਅੰਜਨ ਭਾਵ ਨੇਤਰ, ਅੱਖਾਂ। ਗਿਆਨ ਅੰਜਨ ਗੁਰ ਦੀਆ, ਗੁਰੂ ਨੇ ਇਹੋ ਜਿਹੇ ਗਿਆਨ ਦੇ ਅੱਖਾਂ ਦੇ ਦਿੱਤੀਆਂ ਨੇ। ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਦਿੱਤੀ ਹੈ। ਉਸ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਨਾਲ ਮੈਂ ਸਾਰੇ ਜਗ ਨੂੰ ਹੀ ਬ੍ਰਹਮ ਰੂਪ ਦੇਖਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅਤੇ ਹੁਣ ਇਸ ਬ੍ਰਹਮ ਦੇ ਨੇਤਰ ਜਦ ਮੈਨੂੰ ਮਹਾਰਾਜ ਜੀ ਨੇ ਬਖਸ਼ੇ, ਫਿਰ ਮੇਰੀ ਅਗਿਆਨਤਾ ਜਿਹੜੀ ਪਹਿਲਾਂ ਬਣੀ ਹੋਈ ਸੀ ਉਹ ਨੱਸ ਚੁੱਕੀ ਹੈ, ਉਹ ਸਮਾਪਤ ਹੋ ਚੁੱਕੀ ਹੈ। ਪਹਿਲਾਂ ਮੈਨੂੰ ਦਵੈਤ ਦਾ ਗਿਆਨ ਸੀ, ਇੱਕ ਮੈਂ, ਇੱਕ ਤੂੰ, ਇੱਕ ਰੱਬ, ਕੋਈ ਵੱਡਾ, ਕੋਈ ਛੋਟਾ, ਕੋਈ ਸਾਧ, ਕੋਈ ਚੋਰ। ਇਹ ਦਵੈਤ ਦੀ ਬਿਰਤੀ ਬਣੀ ਹੋਈ ਸੀ। ਪਰ ਜਦ ਗਿਆਨ ਰੂਪੀ ਨੇਤਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਧੂਆਂ ਦੀ ਸੰਗਤ ਮਿਲੀ ਹੈ, ਉਹਦੇ ਵਿੱਚ ਬ੍ਰਹਮ ਗਿਆਨ ਮੈਨੂੰ ਦ੍ਰਿੜਾਇਆ ਗਿਆ ਹੈ। ਫਿਰ ਮੈਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਸਭ ਕੁਛ ਇੱਕ ਹੈ। ਦੂਜੀ ਵਸਤੂ ਕਦੇ ਸੰਸਾਰ 'ਚ ਹੋਈ ਨਹੀਂ, ਕਿਉਂਕਿ ਜੋ ਬਣਿਆ ਘੜਾ ਮਿੱਟੀ ਦਾ ਹੈ, ਮਿੱਟੀ ਤੋਂ ਹੀ ਉਹਦੀ ਹੋਂਦ ਹੈ। ਅਤੇ ਜਦ ਘੜਾ ਨਸ਼ਟ ਹੋ ਜਾਂਦਾ ਹੈ, ਮਿੱਟੀ ਰੂਪ ਹੋ ਜਾਂਦਾ ਹੈ। ਇਵੇਂ ਸੰਸਾਰ ਬ੍ਰਹਮ ਰੂਪੀ ਤੱਤ ਤੋਂ ਬਣਿਆ ਹੈ, ਬ੍ਰਹਮ ਹੈ। ਸੰਸਾਰ ਰੂਪੀ ਮਾਇਆ ਦਾ ਭਰਮ ਜਦ ਅਗਿਆਨਤਾ ਦਾ ਨਾਸ਼ ਹੋ ਕਰਕੇ ਗਿਆਨ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਹ ਸੰਸਾਰ ਜਿਹੜੀ ਮਾਇਆ ਦਾ ਰੂਪ ਹੈ ਇਹ ਨਸ਼ਟ ਹੋ ਜਾਂਦਾ ਹੈ। ਇਹਦੇ ਵਿੱਚੋਂ ਬ੍ਰਹਮ ਦੇ ਦਰਸ਼ਨ ਹੁੰਦੇ ਨੇ, ਜਿਸ ਨੂੰ ਗੁਰਬਾਣੀ ਨੇ ਕਿਹਾ ਹੈ ਕਿ ਮਾਇਆ ਦੇ ਵਿੱਚ ਹੀ ਬ੍ਰਹਮ ਦੀ ਪ੍ਰਾਪਤੀ ਹੋ ਜਾਣੀ। ਮਾਇਆ ਦੇ ਵਿੱਚ ਹੀ ਬ੍ਰਹਮ ਦੇ ਦਰਸ਼ਨ ਕਰ ਲੈਣੇ ਅਤੇ ਜਾਣ ਲੈਣਾ ਕਿ ਬ੍ਰਹਮ ਕੋਈ ਮਾਇਆ ਤੋਂ ਰਹਿਤ ਨਹੀਂ, ਅਤੇ ਮਾਇਆ ਹੀ ਬ੍ਰਹਮ ਦੇ ਵਿੱਚ ਹੈ। ਇਸ ਦ੍ਰਿਸ਼ਟੀ ਦਾ ਸਾਨੂੰ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। ਪਰ ਇਹ ਤਦ ਹੀ ਹਾਸਿਲ ਹੋ ਸਕਦਾ ਹੈ ਕਿ ਅਸੀਂ ਕਿਸੇ ਤੱਤਵੇ 'ਤੇ, ਮਹਾਂਪੁਰਖ ਬ੍ਰਹਮ ਵੇ 'ਤੇ ਸਾਧੂਆਂ ਦੀ ਸੰਗਤ ਵਿੱਚ ਬੈਠ ਕਰਕੇ, ਜਿਹੜੇ ਆਪ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅਨੇਕ ਪ੍ਰਕਾਰ ਦੇ ਗ੍ਰੰਥ ਬਖਸ਼ੇ ਨੇ, ਉਹਨਾਂ ਦਾ ਪਠਨ ਪਾਠਨ ਕਰੀਏ, ਸਮਝੀਏ ਉਹਦੇ ਵਿੱਚ ਤੱਤ ਵਿਚਾਰ ਕੀ ਹੈ, ਉਸ ਅੰਮ੍ਰਿਤ ਨੂੰ ਪੀਣਾ ਕਰੀਏ ਜਿਹਦੇ ਨਾਲ ਆਤਮ ਦਾ ਗਿਆਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।